विद्यार्थियों सत श्री अकाल। मैं रंजीत कौर पंजाबी अध्यापका सरकारी मिडल स्कूल बहादुर हुसैन जिला गुरदासपुर तो। विद्यार्थियों अज साडा व्याकरण का विषय है लेख रचना। लेख रचना दे विच साडे कोल विषय है अज धन श्री गुरु नानक देव जी। एक वधिया ते प्रभावशाली लेख लिखण लई कुछ गल्लां दा ध्यान विच रखना बड़ा जरूरी है। भाव लेख किहो जिहा होवे। लेख भूमिका विषा वस्तु ਅਤੇ ਸਿੱਟੇ ਵਿੱਚ ਵੰਡਿਆ ਹੁੰਦਾ ਹੈ। ਲੇਖ ਦੀ ਭਾਸ਼ਾ ਸਰਲ ਤੇ ਸਪਸ਼ਟ ਹੋਣੀ ਚਾਹੀਦੀ ਹੈ। ਲਿਖਾਈ ਸਾਫ਼ ਹੋਣੀ ਚਾਹੀਦੀ ਹੈ। ਲੇਖ ਲਿਖਣ ਵਾਲੀ ਭਾਸ਼ਾ ਸਾਦੀ ਅਤੇ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ। ਲੇਖ ਦੀ ਤਰਤੀਬ ਠੀਕ ਹੋਣੀ ਚਾਹੀਦੀ ਹੈ। ਲੇਖ ਵਿੱਚ ਵਿਚਾਰਾਂ ਦੀ ਲੜੀਬੱਧਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਲੇਖ ਲਿਖਣ ਵੇਲੇ ਵਿਸ਼ਰਾਮ ਚਿੰਨ੍ਹਾਂ ਦਾ ਖਾਸ ਧਿਆਨ ਦੇਣਾ ਚਾਹੀਦਾ ਹੈ। ਲੇਖ ਦੀ ਸ਼ੁਰੂਆਤ ਅਤੇ ਅੰਤ ਦੋਵੇਂ ਹੀ ਪ੍ਰਭਾਵਸ਼ਾਲੀ ਹੋਣੇ ਚਾਹੀਦੇ ਹਨ। ਲੇਖ ਵਿੱਚ ਸ਼ਬਦ ਜੋੜਾਂ ਦੀਆਂ ਗਲਤੀਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਲੇਖ ਲਿਖਣ ਲਈ ਵਿਦਿਆਰਥੀਆਂ ਨੂੰ ਆਮ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਜਾਣਕਾਰੀ ਵਿਦਿਆਰਥੀਆਂ ਨੂੰ ਕਿਤਾਬਾਂ, ਰਸਾਲਿਆਂ, ਅਖਬਾਰਾਂ, ਇੰਟਰਨੈਟ ਅਤੇ ਟੀਵੀ ਆਦਿ ਤੋਂ ਪ੍ਰਾਪਤ ਹੁੰਦੀ ਹੈ। ਸੋ ਲੇਖ ਲਿਖਦੇ ਸਮੇਂ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਕਰਕੇ ਹੀ ਲੇਖ ਲਿਖਣਾ ਚਾਹੀਦਾ ਹੈ। ਲੇਖ ਕਿਉਂਕਿ ਭੂਮਿਕਾ ਵਿਸ਼ਾ ਵਸਤੂ ਅਤੇ ਸਿੱਟੇ ਵਿੱਚ ਵੰਡਿਆ ਹੁੰਦਾ ਹੈ, ਇਸ ਲਈ ਇਸ ਦਾ ਆਰੰਭ ਅਤੇ ਅਖੀਰ ਭਾਵ ਲੇਖ ਦੀ ਸ਼ੁਰੂਆਤ ਅਤੇ ਅੰਤ ਦੋਵੇਂ ਹੀ ਪ੍ਰਭਾਵਸ਼ਾਲੀ ਹੋਣੇ ਚਾਹੀਦੇ ਹਨ। ਲੇਖ ਵਿਚਲੀ ਵਰਤੀ ਗਈ ਭਾਸ਼ਾ ਸਰਲ, ਸਪਸ਼ਟ, ਸਾਦੀ ਅਤੇ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ। ਲਿਖਾਈ ਸਾਫ਼ ਹੋਵੇ ਅਤੇ ਜਿਹੜੇ ਲੇਖ ਦੀ ਹੈ ਤਰਤੀਬ ਠੀਕ ਹੋਣੀ ਚਾਹੀਦੀ ਹੈ। ਵਿਚਾਰਾਂ ਦੀ ਲੜੀਬੱਧਤਾ ਦਾ ਹੋਣਾ ਬੜਾ ਜ਼ਰੂਰੀ ਹੈ। ਵਿਸ਼ਰਾਮ ਚਿੰਨ੍ਹ ਉਚਿਤ ਸਮੇਂ ਤੇ ਸਹੀ ਜਗ੍ਹਾ ਤੇ ਵਰਤੇ ਗਏ ਹੋਣੇ ਚਾਹੀਦੇ ਹਨ। ਭਾਵ ਵਿਆਕਰਨਿਕ ਨਿਯਮਾਂ ਦੇ ਅਨੁਸਾਰ ਵਰਤੇ ਜਾਣੇ ਚਾਹੀਦੇ ਹਨ। ਲੇਖ ਵਿੱਚ ਸ਼ਬਦ ਜੋੜਾਂ ਦੀਆਂ ਗਲਤੀਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਭਾਵ ਗੁਰੇਜ਼ ਵੀ ਕਰਨਾ ਚਾਹੀਦਾ ਹੈ ਤਾਂ ਕਿ ਸ਼ਬਦ ਜੋੜਾਂ ਦੀ ਜਿਹੜੀ ਸ਼ੁੱਧਤਾ ਹੈ ਉਹ ਬਹੁਤ ਜ਼ਰੂਰੀ ਹੈ। ਤੇ ਲੇਖ ਲਿਖਣ ਲਈ ਵਿਦਿਆਰਥੀ ਨੂੰ ਆਮ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਵਿਦਿਆਰਥੀ ਨੂੰ ਇਹ ਸਾਰੀ ਜਾਣਕਾਰੀ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ, ਰਸਾਲਿਆਂ, ਅਖਬਾਰ ਅਤੇ ਟੀਵੀ ਅਤੇ ਇੰਟਰਨੈਟ ਆਦਿ ਤੋਂ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ। ਸੋ ਵਿਦਿਆਰਥੀ ਨੂੰ ਇੱਕ ਵਧੀਆ ਤੇ ਪ੍ਰਭਾਵਸ਼ਾਲੀ ਲੇਖ ਲਿਖਣ ਲਈ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਲੇਖ ਰਚਨਾ ਸ਼ੁਰੂ ਕਰਨੀ ਚਾਹੀਦੀ ਹੈ। ਲੇਖ ਰਚਨਾ ਵਿੱਚ ਅੱਜ ਵਿਸ਼ਾ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ। ਗੁਰੂ ਨਾਨਕ ਦੇਵ ਜੀ ਜੀਵਨ ਕਾਲ 1469 ਈਸਵੀ ਤੋਂ ਲੈ ਕੇ 1539 ਈਸਵੀ ਤੱਕ। ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੰਸਾਰ ਆਗਮਨ ਮਨੁੱਖਤਾ ਦੇ ਕਲਿਆਣ ਲਈ ਹੋਇਆ। ਗੁਰੂ ਜੀ ਨੇ ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਖੇਤਰ ਵਿੱਚ ਮਨੁੱਖੀ ਜੀਵਨ ਦੀ ਹਰ ਪੱਖੋਂ ਅਗਵਾਈ ਕੀਤੀ। ਉਹਨਾਂ ਨੇ ਸਮਕਾਲੀ ਸਮਾਜ ਵਿੱਚ ਆਰਥਿਕ ਅਸਮਾਨਤਾ ਦੇ ਤੇ ਲੁੱਟ ਖਸੁੱਟ ਦੇ ਖਿਲਾਫ ਆਵਾਜ਼ ਬੁਲੰਦ ਕਰਦਿਆਂ ਮਨੁੱਖਤਾ ਨੂੰ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ ਨਾਲ ਜੋੜਿਆ। ਗੁਰੂ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਅਸੀਂ ਉਹਨਾਂ ਦੇ ਜੀਵਨ ਦੀਆਂ ਕੁਝ ਮਹੱਤਵਪੂਰਨ ਜਿਹੜੇ ਵਿਚਾਰ ਹਨ ਉਹਨਾਂ ਨੂੰ ਅਸੀਂ ਇੱਕ ਰੂਪ ਰੇਖਾ ਦੇ ਰੂਪ 'ਚ ਇਕੱਠੇ ਕਰਾਂਗੇ ਅਤੇ ਫਿਰ ਉਹਨਾਂ ਦਾ ਵਿਸਥਾਰਪੂਰਵਕ ਜਿਹੜਾ ਸੀ ਉਹ ਵਿਚਾਰ ਚਰਚਾ ਸਾਂਝੀ ਕਰਾਂਗੇ ਜਾਂ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਾਂਗੇ। ਕੋਈ ਵੀ ਲੇਖ ਲਿਖਣ ਤੋਂ ਪਹਿਲਾਂ ਅਸੀਂ ਉਸ ਲੇਖ ਨਾਲ ਸੰਬੰਧਿਤ ਜਿਹੜੀ ਮਹੱਤਵਪੂਰਨ ਜਾਣਕਾਰੀ ਹੈ ਉਸ ਦੀ ਰੂਪ ਰੇਖਾ ਤਿਆਰ ਕਰਦੇ ਹਾਂ। ਰੂਪ ਰੇਖਾ ਵਿੱਚ ਅਸੀਂ ਲੇਖ ਨਾਲ ਸੰਬੰਧਿਤ ਮੁੱਖ ਜਾਣਕਾਰੀ ਜਿਹੜੀ ਹੈ ਉਸ ਦਾ ਇੱਕ ਖਾਕਾ ਭਾਵ ਰੂਪ ਰੇਖਾ ਚਿੱਤਰਦੇ ਹਾਂ ਤੇ ਫਿਰ ਉਸ ਦਾ ਵਿਸਥਾਰਪੂਰਵਕ ਅਧਿਐਨ ਕਰਦੇ ਹਾਂ। ਇਸ ਦੇ ਨਾਲ ਲੇਖ ਰਚਨਾ ਲਿਖਣ ਵਾਲੇ ਨੂੰ ਅਤੇ ਪੜ੍ਹਨ ਵਾਲੇ ਨੂੰ ਆਸਾਨੀ ਹੁੰਦੀ ਹੈ। ਲੇਖ ਲਿਖਣ ਤੋਂ ਪਹਿਲਾਂ ਅਸੀਂ ਲੇਖ ਨਾਲ ਸੰਬੰਧਿਤ ਜਾਣਕਾਰੀ
ਜਿਸ ਨੂੰ ਅਸੀਂ ਜਾਣ ਪਛਾਣ ਜਾਂ ਭੂਮਿਕਾ, ਅਤੇ ਜਿਸ ਤਰ੍ਹਾਂ ਕਿ ਲੇਖ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਹੈ ਤੇ ਅਸੀਂ ਉਹਨਾਂ ਦਾ ਜਨਮ ਅਤੇ ਮਾਤਾ ਪਿਤਾ ਬਾਰੇ ਜਾਣਕਾਰੀ, ਉਹਨਾਂ ਦੇ ਬਚਪਨ ਅਤੇ ਵਿੱਦਿਆ ਪ੍ਰਾਪਤੀ ਬਾਰੇ ਜਾਣਕਾਰੀ, ਕਰਮ ਕਾਂਡਾਂ ਦਾ ਖੰਡਨ, ਸੱਚਾ ਸੌਦਾ ਕਰਨਾ, ਮੋਦੀਖਾਨੇ ਨੌਕਰੀ ਕਰਨਾ, ਉਦਾਸੀਆਂ ਕਰਨਾ, 4 ਉਦਾਸੀਆਂ ਕਰਨਾ, ਨਿਡਰ ਦੇਸ਼ ਭਗਤ, ਇੱਕ ਮਹਾਨ ਕਵੀ, ਸਮਾਜ ਸੁਧਾਰਕ, ਉਹਨਾਂ ਦੀਆਂ ਸਿੱਖਿਆਵਾਂ ਤੇ ਜੋਤੀ ਜੋਤ ਸਮਾਉਣਾ ਜਾਂ ਅੰਤਿਮ ਸਮਾਂ। ਸੋ ਜਦੋਂ ਅਸੀਂ ਲੇਖ ਰਚਨਾ ਕਰਦੇ ਹਾਂ ਜਾਂ ਲਿਖਦੇ ਹਾਂ ਤੇ ਸਾਨੂੰ ਇਸ ਤਰ੍ਹਾਂ, ਜੇਕਰ ਅਸੀਂ ਮੁੱਖ ਵਿਸ਼ੇ ਜਿਹੜੇ ਹਨ ਉਹਨਾਂ ਦੀ ਇੱਕ ਰੂਪ ਰੇਖਾ ਤਿਆਰ ਕਰਾਂਗੇ ਤੇ ਸਾਨੂੰ ਲੇਖ ਸਮਝਣ, ਲੇਖ ਲਿਖਣ ਅਤੇ ਲੇਖ ਪੜ੍ਹਨ ਵਾਲੇ ਨੂੰ ਵੀ ਆਸਾਨੀ ਹੋਵੇਗੀ। ਜਾਣ ਪਛਾਣ ਵਿੱਚ ਗੁਰੂ ਜੀ ਦਾ, ਜਿਵੇਂ ਕਿ ਅਸੀਂ ਭੂਮਿਕਾ ਵੀ ਕਹਿ ਸਕਦੇ ਹਾਂ ਇਸ ਵਿਸ਼ੇ ਨੂੰ, ਜਾਣ ਪਛਾਣ, ਜਾਣਕਾਰੀ ਮੁੱਖ ਵਿਸ਼ੇ ਦੇ ਨਾਲ। ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਭਾਈ ਗੁਰਦਾਸ ਜੀ ਦੁਆਰਾ ਲਿਖੀਆਂ ਗਈਆਂ ਉਪਰੋਕਤ ਸਤਰਾਂ ਤੋਂ ਇਹ ਸਹਿਜੇ ਹੀ ਸਪਸ਼ਟ ਹੋ ਜਾਂਦਾ ਹੈ ਕਿ ਜਦੋਂ ਧਰਤੀ ਤੇ ਪਾਪ ਅਤੇ ਅਗਿਆਨਤਾ ਰੂਪੀ ਹਨੇਰੇ ਦਾ ਬੋਲਬਾਲਾ ਸੀ, ਉਦੋਂ ਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਗਿਆਨ ਦਾ ਪ੍ਰਕਾਸ਼ ਚਹੁੰ ਪਾਸੇ ਫੈਲ ਗਿਆ ਸੀ। ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ। ਆਪ ਜੀ ਨੂੰ ਸਿੱਖ ਧਰਮ ਦੇ ਮੋਢੀ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਆਪ ਜੀ ਨੇ ਸਮੁੱਚੇ ਉੱਤਰੀ ਭਾਰਤ ਅਤੇ ਦੁਨੀਆ ਵਿੱਚ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ ਅਤੇ ਪੂਰੀ ਦੁਨੀਆ ਨੂੰ ਹਨੇਰੇ ਵਿੱਚੋਂ ਕੱਢ ਕੇ ਚਾਨਣ ਦੇ ਰਾਹ ਪਾਇਆ। ਸੋ ਜਿਵੇਂ ਕਿ ਭਾਈ ਗੁਰਦਾਸ ਜੀ ਦੁਆਰਾ ਲਿਖੀਆਂ ਗਈਆਂ ਸਤਰਾਂ ਤੋਂ ਸਪਸ਼ਟ ਹੈ ਕਿ ਗੁਰੂ ਜੀ ਦੇ ਜਨਮ ਦੇ ਨਾਲ ਹੀ ਅਗਿਆਨਤਾ ਰੂਪੀ ਹਨੇਰਾ ਜਿਹੜਾ ਸੀ, ਉਹ ਜਿਸ ਦਾ ਕਿ ਉਸ ਸਮੇਂ ਬੋਲਬਾਲਾ ਸੀ, ਖਾਤਮਾ ਹੋ ਗਿਆ ਸੀ। ਸੋ ਗੁਰੂ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ ਤੇ ਆਪ ਜੀ ਨੂੰ ਸਿੱਖ ਧਰਮ ਦੇ ਮੋਢੀ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਆਪ ਜੀ ਦੀਆਂ ਸਿੱਖਿਆਵਾਂ ਪੂਰੀ ਦੁਨੀਆ ਵਿੱਚ ਮਨੁੱਖੀ ਜੀਵਨ ਦਾ ਆਧਾਰ ਹਨ। ਸੋ ਆਪ ਜੀ ਦੇ ਜਨਮ ਅਤੇ ਮਾਤਾ ਪਿਤਾ ਜੀ ਨਾਲ ਸੰਬੰਧਿਤ ਜਾਣਕਾਰੀ। ਆਪ ਜੀ ਦਾ ਜਨਮ 14 ਅਪ੍ਰੈਲ 1469 ਈਸਵੀ ਨੂੰ ਰਾਏ ਭੋਏ ਦੀ ਤਲਵੰਡੀ, ਜੋ ਕਿ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਵਿਖੇ ਹੋਇਆ। ਆਪ ਜੀ ਦੇ ਜਨਮ ਸਥਾਨ ਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਆਪ ਜੀ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਜੀ ਅਤੇ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਸੀ। ਆਪ ਜੀ ਦੀ ਇੱਕੋ ਇੱਕ ਭੈਣ ਬੇਬੇ ਨਾਨਕੀ ਜੀ ਸਨ। ਸਿੱਖਾਂ ਵਿੱਚ ਪ੍ਰਚਲਿਤ ਰਵਾਇਤ ਦੇ ਅਨੁਸਾਰ ਆਪ ਜੀ ਦਾ ਜਨਮ ਦਿਨ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਸੋ ਗੁਰੂ ਜੀ ਦਾ ਜਨਮ 14 ਅਪ੍ਰੈਲ 1469 ਈਸਵੀ ਨੂੰ, ਜੋ ਕਿ ਰਾਏ ਭੋਏ ਦੀ ਤਲਵੰਡੀ ਪਾਕਿਸਤਾਨ ਵਿਖੇ ਹੋਇਆ। ਆਪ ਜੀ ਦੇ ਜਨਮ ਸਥਾਨ ਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਆਪ ਜੀ ਦੇ ਮਾਤਾ ਜੀ ਦਾ ਨਾਮ ਤ੍ਰਿਪਤਾ ਜੀ ਅਤੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਜੀ। ਆਪ ਜੀ ਦੀ ਇੱਕੋ ਇੱਕ ਭੈਣ ਬੇਬੇ ਨਾਨਕੀ ਜੀ, ਜੋ ਆਪ ਜੀ ਨੂੰ ਬਹੁਤ ਪਿਆਰ ਕਰਦੇ ਸੀ। ਅੱਜ ਕੱਲ੍ਹ ਆਪ ਜੀ ਦੇ ਜਨਮ ਸਥਾਨ, ਜੋ ਕਿ ਰਾਏ ਭੋਏ ਦੀ ਤਲਵੰਡੀ ਵਿਖੇ ਸੀ, ਉਸ ਨੂੰ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜੋ ਕਿ ਪਾਕਿਸਤਾਨ ਵਿੱਚ ਹੈ। ਗੁਰਦੁਆਰਾ ਸਾਹਿਬ ਸ਼੍ਰੀ ਨਨਕਾਣਾ ਸਾਹਿਬ। ਜਨਮ ਅਤੇ ਮਾਤਾ ਪਿਤਾ ਜੀ ਨਾਲ ਸੰਬੰਧਿਤ ਜਾਣਕਾਰੀ ਤੋਂ ਬਾਅਦ ਆਪ ਜੀ ਦੇ ਬਚਪਨ ਅਤੇ ਵਿੱਦਿਆ ਪ੍ਰਾਪਤੀ ਬਾਰੇ। ਆਪ ਬਚਪਨ ਤੋਂ ਹੀ ਗੰਭੀਰ ਸੋਚ ਦੇ ਮਾਲਕ ਸਨ। ਆਪ ਆਪਣਾ ਜ਼ਿਆਦਾਤਰ ਸਮਾਂ ਪ੍ਰਭੂ ਭਗਤੀ ਵਿੱਚ ਗੁਜ਼ਾਰਦੇ ਸਨ। 7 ਸਾਲ ਦੀ ਉਮਰ ਵਿੱਚ ਆਪ ਜੀ ਨੂੰ ਪਾਂਧੇ ਅਤੇ ਮੌਲਵੀ ਕੋਲ ਪੜ੍ਹਨ ਲਈ ਭੇਜਿਆ ਗਿਆ। ਪਰ ਆਪ ਨੇ ਆਪਣੇ ਉੱਚੇ ਤੇ ਅਧਿਆਤਮਿਕ ਵਿਚਾਰਾਂ ਨਾਲ ਸਭ ਨੂੰ ਖੂਬ ਪ੍ਰਭਾਵਿਤ ਕੀਤਾ। ਆਪ ਜੀ ਨੇ ਫਾਰਸੀ, ਸੰਸਕ੍ਰਿਤ ਤੇ ਹਿਸਾਬ ਕਿਤਾਬ ਵੀ ਸਿੱਖਿਆ। ਜਿਵੇਂ ਕਿ ਆਪ ਬਚਪਨ ਤੋਂ ਹੀ ਗੰਭੀਰ ਸੁਭਾਅ ਦੇ ਮਾਲਕ ਸਨ। ਆਪ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ, ਪਰ 7 ਸਾਲ ਦੀ ਉਮਰ ਵਿੱਚ ਆਪ ਜੀ ਨੂੰ ਪਾਂਧੇ ਅਤੇ ਮੌਲਵੀ ਕੋਲ ਵਿੱਦਿਆ ਪ੍ਰਾਪਤੀ ਲਈ ਭੇਜਿਆ ਗਿਆ। ਪਰ ਆਪ ਜੀ ਨੇ ਆਪਣੇ ਉੱਚੇ ਅਤੇ ਅਧਿਆਤਮਿਕ ਵਿਚਾਰਾਂ ਦੇ ਨਾਲ ਪਾਂਧੇ ਅਤੇ ਮੌਲਵੀ ਨੂੰ ਖੂਬ ਪ੍ਰਭਾਵਿਤ ਕੀਤਾ। ਆਪ ਜੀ ਨੇ ਫਾਰਸੀ, ਸੰਸਕ੍ਰਿਤ ਤੇ ਹਿਸਾਬ ਕਿਤਾਬ ਵੀ ਸਿੱਖਿਆ। ਕਰਮ ਕਾਂਡਾਂ ਦਾ ਖੰਡਨ। ਪ੍ਰਚਲਿਤ ਰਵਾਇਤ ਅਨੁਸਾਰ ਆਪ ਜੀ ਨੂੰ 11 ਸਾਲਾਂ ਦੀ ਉਮਰ ਵਿੱਚ ਜਨੇਊ ਪਹਿਨਣ ਲਈ ਕਿਹਾ ਗਿਆ, ਪਰ ਆਪ ਜੀ ਨੇ ਦੁਨਿਆਵੀ ਜਨੇਊ ਦਾ ਖੰਡਨ ਕੀਤਾ ਅਤੇ ਕਿਹਾ ਕਿ ਸਦੀਵੀ ਨਾਲ ਰਹਿਣ ਵਾਲਾ ਜਨੇਊ ਚਾਹੀਦਾ ਹੈ।
ਸੋ ਆਪ ਜੀ ਨੇ ਜਿਹੜੇ ਉਸ ਸਮੇਂ ਪ੍ਰਚਲਿਤ ਕਰਮਕਾਂਡ ਸਨ ਉਸ ਦਾ ਖੰਡਨ ਕੀਤਾ। ਜਨੇਊ 11 ਸਾਲ ਦੀ ਉਮਰ ਵਿੱਚ ਆਪ ਜੀ ਨੂੰ ਜਨੇਊ ਪਹਿਨਣ ਲਈ ਕਿਹਾ ਗਿਆ, ਪਰ ਆਪ ਜੀ ਨੇ ਕਿਹਾ ਕਿ ਆਪ ਜੀ ਨੂੰ ਜਿਹੜਾ ਸਦੀਵੀ ਨਾਲ ਰਹੇ ਉਹ ਜਨੇਊ ਚਾਹੀਦਾ ਹੈ, ਭਾਵ ਨਾਮ ਵਾਲਾ, ਪਰਮਾਤਮਾ ਦੇ ਨਾਲ ਜੋੜਨ ਵਾਲਾ। ਸੱਚਾ ਸੌਦਾ ਕਰਨਾ। ਇੱਕ ਵਾਰ ਆਪ ਜੀ ਦੇ ਪਿਤਾ ਜੀ ਨੇ ਆਪ ਜੀ ਨੂੰ 20 ਰੁਪਏ ਦੇ ਕੇ ਕੋਈ ਚੰਗਾ ਵਪਾਰ ਕਰਨ ਲਈ ਭੇਜਿਆ। ਆਪ 20 ਰੁਪਏ ਲੈ ਕੇ ਸ਼ਹਿਰ ਵੱਲ ਚੱਲ ਪਏ। ਰਸਤੇ ਵਿੱਚ ਆਪ ਜੀ ਨੇ ਕੁਝ ਭੁੱਖੇ ਸਾਧੂਆਂ ਨੂੰ ਦੇਖਿਆ। ਉਹਨਾਂ 20 ਰੁਪਈਆਂ ਦਾ ਸਾਧੂਆਂ ਨੂੰ ਭੋਜਨ ਛਕਾ ਕੇ ਪਰਤ ਆਏ। ਪਿਤਾ ਜੀ ਦੇ ਪੁੱਛਣ ਤੇ ਉਹਨਾਂ ਨੇ ਕਿਹਾ ਕਿ ਉਹ ਸੱਚਾ ਸੌਦਾ ਕਰ ਆਏ ਹਨ, ਜਿਸ ਤੋਂ ਆਪ ਜੀ ਦੇ ਪਿਤਾ ਜੀ ਬਹੁਤ ਨਾਰਾਜ਼ ਹੋਏ। 7 ਸਾਲ 'ਚ ਪੜ੍ਹਾਈ ਕਰਨ ਤੋਂ ਬਾਅਦ ਆਪ ਜੀ ਨੂੰ, ਜਦੋਂ ਆਪ ਪੜ੍ਹਾਈ ਤੋਂ ਬਾਅਦ, ਵਿੱਦਿਆ ਤੋਂ ਬਾਅਦ ਆਪ ਜੀ ਦੇ ਪਿਤਾ ਜੀ ਨੇ ਆਪ ਜੀ ਨੂੰ ਇੱਕ ਵਾਰ 20 ਰੁਪਏ ਦੇ ਕੇ ਇੱਕ ਕੋਈ ਚੰਗਾ ਵਪਾਰ ਕਰਨ ਲਈ ਕਿਹਾ ਗਿਆ, ਭੇਜਿਆ ਗਿਆ। ਆਪ ਸ਼ਹਿਰ ਵੱਲ ਜਾਂਦੇ ਸਮੇਂ ਆਪ ਜੀ ਨੂੰ ਰਸਤੇ 'ਚ ਕੁਝ ਭੁੱਖੇ ਸਾਧੂ ਮਿਲੇ। ਆਪ ਜੀ ਨੇ ਉਹਨਾਂ 20 ਰੁਪਈਆਂ ਦਾ ਉਹਨਾਂ ਸਾਧੂਆਂ ਨੂੰ ਲੰਗਰ ਛਕਾਇਆ, ਪ੍ਰਸ਼ਾਦਾ ਛਕਾਇਆ ਤੇ ਆਪਣੇ ਮਨ ਨੂੰ ਕਿਹਾ ਕਿ ਇਹ ਸੱਚਾ ਸੌਦਾ ਹੋ ਗਿਆ। ਤੇ ਜਦੋਂ ਤੁਸੀਂ ਘਰ ਪਰਤੇ ਤੇ ਆਪ ਜੀ ਦੇ ਪਿਤਾ ਜੀ ਨੂੰ ਜਦੋਂ ਪਤਾ ਲੱਗਾ ਕਿ ਆਪ ਇਸ ਤਰ੍ਹਾਂ 20 ਰੁਪਈਆਂ ਦਾ ਜਿਹੜਾ ਲੰਗਰ ਹੈ ਉਹ ਸਾਧੂਆਂ ਨੂੰ ਛਕਾ ਕੇ ਆਏ ਤੇ ਪਿਤਾ ਜੀ ਨਾਰਾਜ਼ ਹੋਏ। ਪਿਤਾ ਜੀ ਦੇ ਪੁੱਛਣ ਤੇ ਆਪ ਜੀ ਨੇ ਕਿਹਾ ਕਿ ਆਪ ਸੱਚਾ ਸੌਦਾ ਕਰ ਆਏ ਹੋ। ਸਾਧੂਆਂ ਨੂੰ ਭੋਜਨ ਛਕਾਉਂਦੇ ਸਮੇਂ। ਮੋਦੀਖਾਨੇ ਵਿੱਚ ਨੌਕਰੀ। ਆਪ ਜੀ ਦੀ ਭੈਣ ਬੇਬੇ ਨਾਨਕੀ ਜੀ ਆਪ ਜੀ ਨੂੰ ਆਪਣੇ ਸਹੁਰੇ ਸੁਲਤਾਨਪੁਰ ਲੋਧੀ ਲੈ ਆਏ। ਸੁਲਤਾਨਪੁਰ ਵਿਖੇ ਬੇਬੇ ਨਾਨਕੀ ਜੀ ਦੇ ਪਤੀ ਜੈ ਰਾਮ ਜੀ ਨੇ ਆਪ ਜੀ ਨੂੰ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਨੌਕਰੀ ਦਿਵਾ ਦਿੱਤੀ। ਗੁਰੂ ਜੀ ਤੋਲਣ ਵੇਲੇ 13 ਕਰਕੇ ਵੱਧ ਅਨਾਜ ਤੋਲ ਦਿੰਦੇ ਤੇ ਸਨ। ਇਸ ਤਰ੍ਹਾਂ ਆਪ ਜੀ ਦੀ ਸ਼ਿਕਾਇਤ ਨਵਾਬ ਕੋਲ ਪਹੁੰਚ ਗਈ, ਪਰੰਤੂ ਹਿਸਾਬ ਕਿਤਾਬ ਕਰਨ ਤੇ ਸਭ ਕੁਝ ਬਿਲਕੁਲ ਠੀਕ ਨਿਕਲਿਆ। ਆਖਿਰ ਆਪ ਨੇ ਨਵਾਬ ਦੀ ਨੌਕਰੀ ਛੱਡ ਦਿੱਤੀ। ਸੋ ਆਪ ਜੀ ਨੂੰ ਆਪ ਜੀ ਦੀ ਭੈਣ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਲੈ ਆਏ। ਆਪ ਜੀ ਨੂੰ ਆਪ ਜੀ ਦੇ ਭਣਵਈਏ ਯਾਨੀ ਕਿ ਬੇਬੇ ਨਾਨਕੀ ਜੀ ਦੇ ਪਤੀ ਜੈ ਰਾਮ ਜੀ ਨੇ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਨੌਕਰੀ ਦਿਵਾ ਦਿੱਤੀ ਤੇ ਉੱਥੇ ਆਪ ਜੀ 13 ਕਰਕੇ ਵੱਧ ਅਨਾਜ ਤੋਲ ਦਿੰਦੇ ਤੇ ਆਪ ਜੀ ਦੀ ਸ਼ਿਕਾਇਤ ਹੋ ਗਈ ਤੇ ਹਿਸਾਬ ਕਿਤਾਬ ਕਰਨ ਤੇ ਸਭ ਕੁਝ ਬਰਾਬਰ ਨਿਕਲਿਆ, ਪਰ ਫਿਰ ਆਪ ਜੀ ਨੇ ਮੋਦੀਖਾਨੇ ਦੀ ਨੌਕਰੀ ਛੱਡ ਦਿੱਤੀ। ਜਿੱਥੇ ਗੁਰੂ ਜੀ ਨੇ 13 ਤੋਲਿਆ, ਉੱਥੇ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਹੱਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸਥਿਤ ਹੈ। ਗ੍ਰਸਥੀ ਜੀਵਨ, ਵਿਆਹ ਅਤੇ ਬੱਚੇ। ਆਪ ਜੀ ਦਾ ਵਿਆਹ ਸੰਮਤ 1544 ਈਸਵੀ ਨੂੰ 19 ਸਾਲ ਦੀ ਉਮਰ ਵਿੱਚ ਬੀਬੀ ਸੁਲੱਖਣੀ ਜੀ ਨਾਲ ਪੁੱਤਰੀ ਸ਼੍ਰੀ ਮੂਲ ਚੰਦ ਖੱਤਰੀ ਨਿਵਾਸੀ ਬਟਾਲਾ ਨਾਲ ਹੋਇਆ। ਆਪ ਜੀ ਦੇ ਘਰ 2 ਪੁੱਤਰਾਂ ਬਾਬਾ ਲਖਮੀ ਦਾਸ ਅਤੇ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਹੋਇਆ। ਸੋ ਗੁਰੂ ਜੀ ਦਾ ਵਿਆਹ 1544 ਈਸਵੀ ਨੂੰ ਭਾਵ 19 ਸਾਲ ਦੀ ਉਮਰ ਵਿੱਚ ਬੀਬੀ ਸੁਲੱਖਣੀ ਜੀ ਨਾਲ ਹੋਇਆ। ਬੀਬੀ ਸੁਲੱਖਣੀ ਜੀ ਪੁੱਤਰੀ ਸ਼੍ਰੀ ਮੂਲਚੰਦ ਖੱਤਰੀ ਜੀ ਦੀ ਬੇਟੀ ਅਤੇ ਨਿਵਾਸੀ ਬਟਾਲੇ ਦੇ ਸਨ ਤੇ ਆਪ ਜੀ ਦੇ ਘਰ 2 ਪੁੱਤਰ ਬਾਬਾ ਲਖਮੀ ਦਾਸ ਅਤੇ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਹੋਇਆ। ਗੁਰਦੁਆਰਾ ਕੰਧ ਸਾਹਿਬ, ਜਿੱਥੇ ਗੁਰੂ ਜੀ ਦੇ ਆਨੰਦ ਕਾਰਜ ਹੋਏ, ਭਾਵ ਜਿੱਥੇ ਉਹ ਵਿਆਹੁਣ ਲਈ ਆਏ, ਬਟਾਲਾ ਵਿਖੇ। ਵੇਈਂ ਨਦੀ ਵਿੱਚ ਅਲੋਪ ਹੋਣਾ। ਸੁਲਤਾਨਪੁਰ ਲੋਧੀ ਵਿਖੇ ਰਹਿੰਦਿਆਂ ਹੀ ਇੱਕ ਦਿਨ ਆਪ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਗਏ ਅਤੇ 3 ਦਿਨ ਅਲੋਪ ਰਹੇ। ਜਦੋਂ ਬਾਹਰ ਆਏ ਤਾਂ ਆਪ ਜੀ ਨੂੰ ਨਿਰੰਕਾਰ ਵੱਲੋਂ ਸੰਸਾਰ ਦਾ ਕਲਿਆਣ ਕਰਨ ਲਈ ਸੰਦੇਸ਼ ਪ੍ਰਾਪਤ ਹੋ ਚੁੱਕਾ ਸੀ। ਆਪ ਇੱਕੋ ਰੱਬ ਹੋਣ ਦਾ ਸੰਦੇਸ਼ ਸਾਰੀ ਦੁਨੀਆ ਤੱਕ ਪਹੁੰਚਾਉਣਾ ਚਾਹੁੰਦੇ ਸਨ, ਇਸ ਲਈ ਆਪ ਸੰਸਾਰ ਦੇ ਕਲਿਆਣ ਲਈ ਨਿਕਲ ਪਏ। ਸੋ ਗੁਰੂ ਜੀ ਜਦੋਂ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਗਏ ਤੇ ਆਪ ਜੀ 3 ਦਿਨ ਬਾਹਰ ਨਹੀਂ ਆਏ, ਉਸ ਸਮੇਂ ਆਪ ਜੀ ਨੂੰ ਪਰਮਾਤਮਾ ਵੱਲੋਂ ਇੱਕ ਪਰਮਾਤਮਾ ਦਾ ਜਿਹੜਾ ਸੰਦੇਸ਼ ਸੀ ਉਹ ਪ੍ਰਾਪਤ ਹੋ ਚੁੱਕਾ ਸੀ ਤੇ ਆਪ ਇਸ ਦਾ ਪ੍ਰਚਾਰ ਕਰਨ ਲਈ ਪੂਰੀ ਦੁਨੀਆ ਤੇ
ਇੱਕੋ ਰੱਬ ਦਾ ਸੰਦੇਸ਼ ਸਾਰੀ ਦੁਨੀਆ ਤੱਕ ਪਹੁੰਚਾਉਣਾ ਚਾਹੁੰਦੇ ਸਨ। ਇਸ ਲਈ ਆਪ ਸੰਸਾਰ ਦੇ ਕਲਿਆਣ ਲਈ ਨਿਕਲ ਪਏ। ਗੁਰਦੁਆਰਾ ਸਾਹਿਬ ਬੇਰ ਸਾਹਿਬ, ਸੁਲਤਾਨਪੁਰ ਲੋਧੀ, ਜਿੱਥੇ ਗੁਰੂ ਜੀ ਵੇਈਂ ਨਦੀ ਵਿੱਚ 3 ਦਿਨ ਅਲੋਪ ਰਹੇ। ਵੇਈਂ ਨਦੀ ਤੋਂ ਬਾਹਰ ਆਉਣ ਉਪਰੰਤ ਆਪ ਜੀ ਦਾ ਇੱਕੋ ਹੀ ਸੰਦੇਸ਼ ਸੀ, ਨਾ ਕੋਈ ਹਿੰਦੂ ਨਾ ਮੁਸਲਮਾਨ ਹੈ, ਵੀ ਕੋਈ ਵੀ ਹਿੰਦੂ ਜਾਂ ਮੁਸਲਮਾਨ ਨਹੀਂ ਹੈ। ਗੁਰੂ ਜੀ ਅਨੁਸਾਰ ਹਰ ਕੋਈ ਜਿਹੜਾ ਆਪਣੇ ਅਸੂਲਾਂ ਦਾ ਭਾਵ ਸੱਚੇ ਦਿਲੋਂ ਪਰਮਾਤਮਾ ਨੂੰ ਧਿਆਉਂਦਾ ਹੈ, ਉਹੀ ਪਰਮਾਤਮਾ ਦਾ ਪਿਆਰਾ ਹੈ। ਸੋ 4 ਉਦਾਸੀਆਂ ਕਰਨੀਆਂ। ਗੁਰੂ ਨਾਨਕ ਦੇਵ ਜੀ ਨੇ ਪਹਿਲੀ ਪੂਰਬ, ਦੂਜੀ ਦੱਖਣ, ਤੀਜੀ ਉੱਤਰ ਅਤੇ ਚੌਥੀ ਪੱਛਮ ਦਿਸ਼ਾ ਵੱਲ 4 ਉਦਾਸੀਆਂ ਕੀਤੀਆਂ। ਉਹ 1499 ਈਸਵੀ ਤੋਂ ਲੈ ਕੇ 1522 ਈਸਵੀ ਤੱਕ ਚਾਰੇ ਦਿਸ਼ਾਵਾਂ ਵੱਲ ਗਏ। ਉਹ ਸ਼੍ਰੀਲੰਕਾ, ਮੱਕਾ ਮਦੀਨਾ, ਤਾਸ਼ਕੰਦ ਅਤੇ ਅਸਾਮ ਵੱਲ ਗਏ ਅਤੇ ਕਈ ਲੋਕਾਂ ਨੂੰ ਸਿੱਧੇ ਰਸਤੇ ਪਾਇਆ। ਗੁਰੂ ਜੀ ਨੇ ਜਗਨਨਾਥਪੁਰੀ ਵਿੱਚ ਲੋਕਾਂ ਨੂੰ ਆਰਤੀ ਉਤਾਰਦਿਆਂ ਦੇਖਿਆ ਤੇ ਉਹਨਾਂ ਨੇ ਦੱਸਿਆ ਕਿ ਭਗਵਾਨ ਦੀ ਆਰਤੀ ਤਾਂ ਪ੍ਰਕਿਰਤੀ ਵੱਲੋਂ ਹੀ ਹੋ ਰਹੀ ਹੈ। ਆਪ ਜੀ ਨੇ ਕੌਡੇ ਰਾਖਸ਼, ਸੱਜਣ ਠੱਗ, ਵਲੀ ਕੰਧਾਰੀ, ਮਲਕ ਭਾਗੋ ਵਰਗਿਆਂ ਨੂੰ ਸਿੱਧੇ ਰਾਹੇ ਪਾਇਆ। ਭਾਈ ਲਾਲੋ ਵਰਗੇ ਕਿਰਤੀਆਂ ਨਾਲ ਪਿਆਰ ਪਾ ਕੇ ਲੋਕਾਂ ਅੰਦਰ ਹੱਕ ਹਲਾਲ ਦੀ ਕਮਾਈ ਦੀ ਭਾਵਨਾ ਪੈਦਾ ਕੀਤੀ। ਆਪ ਜੀ ਨੇ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਸੋ ਗੁਰੂ ਜੀ ਨੇ 4 ਉਦਾਸੀਆਂ ਕੀਤੀਆਂ। ਇਹ ਚਾਰੀਆਂ ਉਦਾਸੀਆਂ ਜਿਹੜੀਆਂ ਸਨ ਗੁਰੂ ਜੀ ਦੀਆਂ, ਪਹਿਲੀ ਪੂਰਬ ਵਾਲੀ ਉਦਾਸੀ ਸ਼ੁਰੂ ਕੀਤੀ। ਪਹਿਲੀ ਉਦਾਸੀ ਜਿਹੜੀ ਸੀ ਉਹ ਪੂਰਬ ਦਿਸ਼ਾ ਵੱਲ ਸ਼ੁਰੂ ਕੀਤੀ। ਪੂਰਬ ਦਿਸ਼ਾ ਵਾਲੀ ਉਦਾਸੀ ਜਿਹੜੀ ਸੀ ਲਗਭਗ 9 ਸਾਲ ਦੀ ਸੀ। ਦੂਜੀ ਉਹਨਾਂ ਦੱਖਣ ਵੱਲ ਕੀਤੀ, ਦੱਖਣ ਦਿਸ਼ਾ ਵੱਲ, ਤੀਜੀ ਉੱਤਰ ਦਿਸ਼ਾ ਵੱਲ ਅਤੇ ਚੌਥੀ ਪੱਛਮ ਦਿਸ਼ਾ ਵੱਲ ਉਦਾਸੀ ਕੀਤੀ। ਇਹ ਉਦਾਸੀਆਂ ਲਗਭਗ 1499 ਈਸਵੀ ਤੋਂ ਸ਼ੁਰੂ ਹੋ ਕੇ 1522 ਈਸਵੀ ਤੱਕ ਚਾਰੇ ਦਿਸ਼ਾਵਾਂ ਵਿੱਚ ਕੀਤੀਆਂ ਗਈਆਂ। ਗੁਰੂ ਜੀ ਵੱਲੋਂ ਸ਼੍ਰੀਲੰਕਾ, ਮੱਕਾ ਮਦੀਨਾ ਤੇ ਦੁਨੀਆ ਦੇ ਜਿੰਨੇ ਵੀ ਕੋਨੇ ਜਿਹੜੇ ਉਸ ਸਮੇਂ ਜਿਹੜੀਆਂ ਦਿਸ਼ਾਵਾਂ ਉਹਨਾਂ ਨੂੰ ਸੀ, ਉਹ ਸਾਰੇ ਜਾ ਕੇ ਉਹਨਾਂ ਨੇ ਉੱਥੇ ਸੱਚ ਦਾ ਪ੍ਰਚਾਰ ਕੀਤਾ ਅਤੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਹੋਕਾ ਦਿੱਤਾ। ਭਾਵ ਇਹ ਸੰਦੇਸ਼ ਉਹਨਾਂ ਨੇ ਘਰ ਘਰ ਪਹੁੰਚਾਇਆ। ਗੁਰੂ ਜੀ ਨੇ ਜਗਨਨਾਥਪੁਰੀ ਵਿਖੇ ਲੋਕਾਂ ਨੂੰ ਆਰਤੀ ਉਤਾਰਦਿਆਂ ਕਿਹਾ ਕਿ ਭਗਵਾਨ ਦੀ ਆਰਤੀ ਤਾਂ ਪ੍ਰਕਿਰਤੀ ਭਾਵ ਕੁਦਰਤ ਵੱਲੋਂ 24 ਘੰਟੇ ਹੋ ਰਹੀ ਹੈ, ਦਿਨ ਤੇ ਰਾਤ ਦਾ ਚੱਕਰ ਚੱਲ ਰਿਹਾ ਹੈ। ਸੋ ਉਸ ਸਮੇਂ ਆਪ ਜੀ ਨੇ ਆਰਤੀ ਰਚਨਾ ਕੀਤੀ। ਗगन ਥਾਲ ਰਵ ਚੰਦ ਦੀਪਕ ਬਣੇ। ਸੋ ਆਪ ਜੀ ਨੇ ਕੌਡੇ ਰਾਖਸ਼, ਸੱਜਣ ਠੱਗ ਵਰਗਿਆਂ ਨੂੰ, ਵਲੀ ਕੰਧਾਰੀ ਵਰਗਿਆਂ ਨੂੰ ਸਿੱਧੇ ਰਸਤੇ ਪਾਇਆ। ਸੋ ਇਸ ਤਰ੍ਹਾਂ ਭਾਈ ਲਾਲੋ ਵਰਗੇ ਕਿਰਤੀਆਂ ਨਾਲ ਪਿਆਰ ਪਾ ਕੇ ਆਪ ਜੀ ਨੇ ਲੋਕਾਂ ਅੰਦਰ ਹੱਕ ਤੇ ਹਲਾਲ ਦੀ ਕਮਾਈ ਦੀ ਜਿਹੜੀ ਧਾਰਨਾ ਸੀ ਉਹ ਬਰਕਰਾਰ ਕੀਤੀ। ਸੋ ਪਹਿਲੀ ਉਦਾਸੀ ਸਮੇਂ ਗੁਰੂ ਜੀ ਸੈਦਪੁਰ ਵਿਖੇ ਭਾਈ ਲਾਲੋ ਜੀ ਕੋਲ ਠਹਿਰੇ। ਸੂਰਜ ਗ੍ਰਹਿਣ ਦਾ ਜਿਹੜਾ ਵਿਚਾਰ ਸੀ ਉਸ ਦਾ ਵੀ ਆਪ ਜੀ ਨੇ ਖੰਡਨ ਕੀਤਾ। ਹਰਿਦੁਆਰ ਵਿਖੇ ਸੂਰਜ ਨੂੰ ਪਾਣੀ ਦੇ ਰਹੇ ਪੰਡਤਾਂ ਨੂੰ ਸਿੱਧੇ ਰਸਤੇ ਪਾਇਆ। ਸੁਮੇਰ ਪਰਬਤ ਤੇ ਸਿੱਧਾਂ ਨਾਲ ਗੋਸ਼ਟੀ ਕੀਤੀ। ਗ੍ਰਸਥੀ ਜੀਵਨ ਦੀ ਮਹੱਤਤਾ ਦੱਸੀ। ਮੱਕੇ ਜਾਣ ਸਮੇਂ ਵੀ ਆਪ ਜੀ ਨੇ ਉਹਨਾਂ ਨੂੰ ਪਰਮਾਤਮਾ ਦਾ ਸਹੀ ਰਸਤਾ ਦੱਸਿਆ। ਮੇਲਾ ਅਚਲ ਬਟਾਲੇ ਵਿਖੇ ਵੀ ਜੋਗੀਆਂ ਨਾਲ ਗੋਸ਼ਟੀ ਕੀਤੀ ਗਈ। ਜਗਨਨਾਥਪੁਰੀ ਵਿਖੇ ਆਰਤੀ ਉਤਾਰਦਿਆਂ ਨੂੰ ਉਹਨਾਂ ਨੇ ਦੱਸਿਆ ਕਿ ਪ੍ਰਕਿਰਤੀ ਵੱਲੋਂ ਕਿਸ ਤਰ੍ਹਾਂ ਪਰਮਾਤਮਾ ਦੀ ਆਰਤੀ ਕੀਤੀ ਜਾ ਰਹੀ ਹੈ। ਮੀਆਂ ਮਿੱਠੇ ਸ਼ਾਹ ਸਿਆਲਕੋਟ ਵਿਖੇ ਅਤੇ ਵਲੀ ਕੰਧਾਰੀ ਵਿੱਚ ਪਿੰਡ ਹਸਨ ਅਬਦਾਲ ਵਿਖੇ ਉਸ ਨੂੰ ਸਿੱਧੇ ਰਸਤੇ ਪਾਇਆ। ਸੱਜਣ ਠੱਗ ਵਰਗਿਆਂ ਨੂੰ ਆਪ ਜੀ ਨੇ ਸਹੀ ਰਾਹ ਜਿਹੜੀ ਸੀ ਉਹਨਾਂ ਨੂੰ ਦੱਸੀ। ਆਪ ਇੱਕ ਮਹਾਨ ਕਵੀ ਜਿੱਥੇ ਗੁਰੂ ਨਾਨਕ ਦੇਵ ਜੀ ਇੱਕ ਮਹਾਨ ਧਾਰਮਿਕ ਆਗੂ ਸਨ, ਉੱਥੇ ਉਹ ਇੱਕ ਮਹਾਨ ਕਵੀ ਵੀ ਸਨ। ਉਹਨਾਂ ਦੇ ਸਮੇਂ ਨੂੰ ਪੰਜਾਬੀ ਕਾਲ ਦੇ ਸੁਨਹਿਰੀ ਕਾਲ ਦਾ ਨਾਮ ਦਿੱਤਾ ਹੈ। ਆਪ ਜੀ ਨੇ 19 ਰਾਗਾਂ ਵਿੱਚ ਬਾਣੀ ਰਚੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਜਪਜੀ ਸਾਹਿਬ, ਆਸਾ ਦੀ ਵਾਰ, ਸਿੱਧ ਗੋਸ਼ਟੀ, ਪੱਟੀ,
12 ਤੁਖਾਰੀ ਆਦਿ ਆਪ ਜੀ ਦੀਆਂ ਪ੍ਰਸਿੱਧ ਰਚਨਾਵਾਂ ਹਨ। ਸੋ ਗੁਰੂ ਜੀ ਇੱਕ ਮਹਾਨ ਕਵੀ ਵੀ ਹੋਏ ਹਨ ਤੇ ਆਪ ਜੀ ਨੇ ਸਮੇਂ ਨੂੰ ਪੰਜਾਬੀ ਕਾਲ ਦੇ ਸੁਨਹਿਰੀ ਕਾਲ ਦਾ ਨਾਮ ਦਿੱਤਾ ਗਿਆ ਹੈ। 19 ਰਾਗਾਂ ਵਿੱਚ ਰਚੀ ਆਪ ਜੀ ਦੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜਪਜੀ ਸਾਹਿਬ, ਆਸਾ ਜੀ ਦੀ ਵਾਰ, ਸਿੱਧ ਗੋਸ਼ਟੀ, ਪੱਟੀ, 12ਵਾਂ ਤੁਖਾਰੀ ਆਦਿ ਆਪ ਜੀ ਦੀਆਂ ਪ੍ਰਸਿੱਧ ਰਚਨਾਵਾਂ ਹਨ। ਨਿਡਰ ਦੇਸ਼ ਭਗਤ। ਗੁਰੂ ਨਾਨਕ ਦੇਵ ਜੀ ਨਿਡਰ ਦੇਸ਼ ਭਗਤ ਸਨ। ਜਿੱਥੇ ਗੁਰੂ ਜੀ ਨੇ ਹਜ਼ਾਰਾਂ ਭੁੱਲੇ ਭਟਕੇ ਹੋਏ ਲੋਕਾਂ ਨੂੰ ਸਿੱਧੇ ਰਾਹ ਪਾਇਆ, ਉੱਥੇ ਹੀ ਉਹਨਾਂ ਨੇ ਕੌਮੀ ਜਾਗਰਤੀ ਦਾ ਸੁਨੇਹਾ ਵੀ ਦਿੱਤਾ। ਉਹਨਾਂ ਨੇ ਸਮਾਜ ਵਿੱਚ ਹੋ ਰਹੇ ਅਤਿਆਚਾਰ ਵਿਰੁੱਧ ਆਵਾਜ਼ ਉਠਾਈ। ਉਹਨਾਂ ਉਸ ਵੇਲੇ ਦੇ ਜ਼ਾਲਿਮ ਹੁਕਮਰਾਨ ਨੂੰ ਕਿਹਾ ਕਿ ਤੂੰ ਬਾਬਰ ਨਹੀਂ, ਜਾਬਰ ਹੈ। ਉਹਨਾਂ ਆਪਣੀ ਬਾਣੀ ਵਿੱਚ ਕਿਹਾ ਹੈ ਕਿ ਖੁਰਾਸਾਨ ਖੁਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਇਤੀ ਮਾਰ ਪਈ ਕੁਰਲਾਨੇ, ਤੈਂ ਕੀ ਦਰਦ ਨਾ ਆਇਆ। ਸੋ ਗੁਰੂ ਜੀ ਨੇ ਉਸ ਸਮੇਂ ਦੇ ਜ਼ਾਲਿਮ ਹੁਕਮਰਾਨ ਨੂੰ ਵੀ ਉਸ ਦੇ ਜ਼ਾਲਮ ਕੰਮ ਤੋਂ ਵੰਗਾਰਿਆ। ਉਹਨਾਂ ਕਿਹਾ ਕਿ ਤੂੰ ਸਾਰੇ ਹਿੰਦੁਸਤਾਨ ਨੂੰ ਡਰਾਇਆ ਹੋਇਆ ਹੈ, ਪਰ ਤੈਨੂੰ ਇਸ ਤਰ੍ਹਾਂ ਲੋਕਾਂ ਤੇ ਜ਼ੁਲਮ ਕਰਦੇ ਸਮੇਂ ਤੈਨੂੰ ਜਿਹੜੀ ਕੁਰਲਾ ਰਹੀ ਜਨਤਾ ਨੂੰ ਵੇਖ ਕੇ ਤੈਨੂੰ ਮਾਸਾ ਵੀ ਦਰਦ ਨਹੀਂ ਆਉਂਦਾ, ਭਾਵ ਤੈਨੂੰ ਮਨੁੱਖਤਾ ਦੇ ਹੁੰਦੇ ਘਾਣ ਨੂੰ ਵੇਖ ਕੇ ਦੁੱਖ ਨਹੀਂ ਹੁੰਦਾ। ਸੋ ਗੁਰੂ ਜੀ ਨੇ ਉਸ ਸਮੇਂ ਸਮਾਜ ਵਿੱਚ ਹੋ ਰਹੇ ਅਤਿਆਚਾਰ ਦੇ ਵਿਰੁੱਧ ਆਵਾਜ਼ ਉਠਾਈ ਤੇ ਉਸ ਵੇਲੇ ਦੇ ਹੁਕਮਰਾਨ ਨੂੰ ਕਿਹਾ ਕਿ ਤੂੰ ਬਾਬਰ ਨਹੀਂ, ਜਾਬਰ ਹੈ। ਸੋ ਏਤੀ ਮਾਰ ਪਈ ਕੁਰਲਾਨੇ, ਤੈਂ ਕੀ ਦਰਦ ਨਾ ਆਇਆ। ਸੋ ਗੁਰੂ ਜੀ ਨੇ ਬਾਬਰ ਨੂੰ ਵੀ ਸਿੱਧੇ ਰਸਤੇ ਅਪਣਾਉਣ ਲਈ ਕਿਹਾ। ਉਹਨਾਂ ਨੇ ਉਸ ਨੂੰ ਜ਼ੁਲਮ ਦਾ ਰਸਤਾ ਛੱਡ ਕੇ ਪਰਮਾਤਮਾ ਵਾਲਾ ਰਾਹ ਅਪਣਾਉਣ ਲਈ ਕਿਹਾ। ਨੇਕੀ ਵਾਲਾ ਰਾਹ, ਮਨੁੱਖਤਾ ਦਾ ਦਰਦ ਤੇ ਦੁੱਖ ਸਮਝਣ ਦਾ ਸੰਦੇਸ਼ ਦਿੱਤਾ। ਗੁਰੂ ਜੀ ਨੇ ਇੱਕ ਸਮਾਜ ਸੁਧਾਰਕ ਸਨ। ਆਪ ਜੀ ਨੇ ਸਮਾਜ ਸੁਧਾਰਕ ਦੇ ਰੂਪ ਵਿੱਚ ਇਸਤਰੀ ਜਾਤੀ ਦੀ ਹੋ ਰਹੀ ਦੁਰਦਸ਼ਾ ਦੇ ਵਿਰੁੱਧ ਆਵਾਜ਼ ਉਠਾਈ ਅਤੇ ਭਾਰਤੀ ਜੀਵਨ ਵਿੱਚ ਪਹਿਲੀ ਵਾਰ ਔਰਤ ਦੇ ਹੱਕ ਵਿੱਚ ਆਵਾਜ਼ ਉਠਾਈ। ਆਪ ਨੇ ਸਮਾਜ ਵਿੱਚ ਦੱਬੀ ਕੁਚਲੀ ਔਰਤ ਨੂੰ ਉਸ ਦਾ ਬਣਦਾ ਸਨਮਾਨ ਦੇਣ ਲਈ ਆਵਾਜ਼ ਬੁਲੰਦ ਕੀਤੀ। ਆਪ ਜੀ ਦੇ ਕਥਨ ਅਨੁਸਾਰ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਕਿ ਔਰਤ ਜਿਹੜੀ ਹੈ ਪੂਰੀ ਸ੍ਰਿਸ਼ਟੀ ਦੀ ਜਨਨੀ ਹੈ, ਸੋ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ, ਉਸ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ। ਸੋ ਆਪ ਪਹਿਲੇ ਭਾਰਤੀ ਜੀਵਨ ਵਿੱਚ ਪਹਿਲੀ ਵਾਰ ਆਪ ਜੀ ਨੇ ਔਰਤ ਦੇ ਹੱਕ ਵਿੱਚ ਅਤੇ ਉਸ ਦੀ ਜਿਹੜੀ ਸਥਿਤੀ ਸੀ ਉਸ ਨੂੰ ਬਰਕਰਾਰ ਕਰਨ ਵਿੱਚ ਆਵਾਜ਼ ਬੁਲੰਦ ਕੀਤੀ। ਸਿੱਖਿਆਵਾਂ ਯਾਨੀ ਕਿ ਉਪਦੇਸ਼। ਉਦਾਸੀਆਂ ਪੂਰਨ ਕਰਨ ਮਗਰੋਂ ਆਪ ਕਰਤਾਰਪੁਰ ਸਾਹਿਬ ਵਿਖੇ ਵਸ ਗਏ। ਇੱਥੇ ਹੀ ਆਪ ਜੀ ਨੇ ਉਪਦੇਸ਼ ਦਿੱਤਾ ਕਿ ਅਸੀਂ ਸਭ ਇੱਕ ਰੱਬ ਦੇ ਪੁੱਤਰ ਹਾਂ, ਕੋਈ ਉੱਚਾ ਨਹੀਂ ਤਾਂ ਨਾ ਹੀ ਕੋਈ ਨੀਵਾਂ, ਸਾਨੂੰ ਸਭ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਹੈ। ਇਸ ਤੋਂ ਬਿਨਾਂ ਆਪ ਨੇ ਮੂਰਤੀ ਪੂਜਾ, ਵਰਤ, ਜਾਤ ਪਾਤ, ਛੂਤ ਛਾਤ ਦਾ ਵਿਰੋਧ ਕੀਤਾ। ਉਹਨਾਂ ਨੇ ਲੋਕਾਂ ਨੂੰ ਕਿਰਤ ਕਰਨ, ਨਾਮ ਜਪਣ, ਵੰਡ ਕੇ ਛਕਣ ਦੀ ਸਿੱਖਿਆ ਦਿੱਤੀ। ਸੋ ਗੁਰੂ ਜੀ ਦੀਆਂ ਸਿੱਖਿਆਵਾਂ ਵਿੱਚ ਉਹਨਾਂ ਨੇ ਮੂਰਤੀ ਪੂਜਾ, ਵਰਤ, ਜਾਤ ਪਾਤ, ਛੂਤ ਛਾਤ ਦਾ ਵਿਰੋਧ ਕੀਤਾ। ਉਹਨਾਂ ਨੇ ਕਿਰਤ ਕਰਨ, ਨਾਮ ਜਪਣ ਤੇ ਵੰਡ ਕੇ ਛਕਣ ਦਾ ਸੰਦੇਸ਼ ਦਿੱਤਾ। ਸੋ ਆਪ ਜੀ ਨੇ ਕਿਹਾ ਕਿ ਅਸੀਂ ਸਾਰੇ ਇੱਕ ਰੱਬ ਦੇ ਪੁੱਤਰ ਹਾਂ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ ਤੇ ਸਭ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਹੈ। ਆਪ ਕਰਤਾਰਪੁਰ ਵਿਖੇ ਆ ਕੇ ਵਸ ਗਏ। ਇੱਥੇ ਹੀ ਆਪ ਨੇ ਆਪਣਾ ਅੰਤਿਮ ਸਮਾਂ ਜਿਹੜਾ ਸੀ ਉਹ ਬਤੀਤ ਕੀਤਾ। ਕਰਤਾਰਪੁਰ ਵਿਖੇ ਰਹਿੰਦੇ ਸਮੇਂ ਆਪ ਜੀ ਨੇ ਹੱਥੀਂ ਕਿਰਤ ਕੀਤੀ। ਆਪ ਜੀ ਨੇ ਖੇਤੀ ਕੀਤੀ, ਹਲ ਚਲਾਇਆ ਅਤੇ ਹਰ ਉਹ ਕੰਮ ਕੀਤਾ ਜੋ ਕਿ ਇੱਕ ਕਿਰਤੀ ਤੇ ਮਿਹਨਤੀ ਕਿਸਾਨ ਨੂੰ ਕਰਨਾ ਚਾਹੀਦਾ ਹੈ। ਸੋ ਆਪ ਜੀ ਨੇ ਹੱਥੀਂ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦਾ ਸੰਦੇਸ਼ ਦਿੱਤਾ। ਸੋ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਗੁਰੂ ਜੀ ਦਾ ਸੰਦੇਸ਼ ਹੈ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਜੋ ਉਹਨਾਂ ਦੀ ਰਚਿਤ ਬਾਣੀ ਰਾਹੀਂ ਸਾਨੂੰ ਹਮੇਸ਼ਾ ਹੀ ਸੁਚੱਜੇ ਜੀਵਨ ਦਾ ਸੰਦੇਸ਼ ਦਿੰਦੀਆਂ ਹਨ। ਮਨ ਚੀਤੇ ਜਗ ਜੀਤ, ਨਾਨਕ ਦੁਖੀਆ ਸਭ ਸੰਸਾਰ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਸੋ ਗੁਰੂ ਜੀ ਦੇ ਬਾਣੀ ਦੀਆਂ ਰਚਿਤ ਕੁਝ ਸਤਰਾਂ ਜਿਹੜੀਆਂ ਕਿ ਲੋਕ ਮਨਾਂ ਤੇ ਰਾਜ ਕਰ ਗਈਆਂ।
ਮਨ ਜੀਤੇ ਜਗਜੀਤ ਭਾਵ ਜਿਸ ਨੇ ਆਪਣੇ ਮਨ ਤੇ ਕਾਬੂ ਪਾ ਲਿਆ ਉਹ ਪੂਰੇ ਸੰਸਾਰ ਤੇ ਕਾਬੂ ਪਾ ਸਕਦਾ ਹੈ। ਨਾਨਕ ਦੁਖੀਆ ਸਭ ਸੰਸਾਰ ਕਿ ਦੁੱਖ ਨੇ ਕਿਸੇ ਨਾ ਕਿਸੇ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਘੇਰਿਆ ਹੋਇਆ ਹੈ। ਸੋ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ ਕਿ ਮਿੱਠੇ ਸੁਭਾਅ ਅਤੇ ਨੀਵੀਂ ਜਿਹੜਾ ਕਿ ਮਨ ਦਾ ਨਿਵਾਣਤਾ ਹੈ ਉਹਦੇ ਨਾਲ ਅਸੀਂ ਸਾਰੀਆਂ ਚੰਗਿਆਈਆਂ ਅਪਣਾ ਸਕਦੇ ਹਾਂ। ਜੋਤੀ ਜੋਤ ਸਮਾਉਣਾ ਤੇ ਅੰਤਿਮ ਸਮਾਂ। ਆਪ ਜੀ ਨੇ ਆਪਣਾ ਅੰਤਿਮ ਸਮਾਂ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਗੁਜ਼ਾਰਿਆ, ਜੋ ਕਿ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਇੱਥੇ ਹੀ ਆਪ ਜੀ ਨੇ ਹੱਥੀਂ ਕਿਰਤ ਕਰਦਿਆਂ ਸਾਰੇ ਸੰਸਾਰ ਨੂੰ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦਾ ਸੰਦੇਸ਼ ਦਿੱਤਾ। ਕਰਤਾਰਪੁਰ ਸਾਹਿਬ ਵਿਖੇ ਹੀ ਆਪ ਜੀ ਨੇ ਆਪਣੀ ਗੱਦੀ ਦਾ ਵਾਰਸ ਭਾਈ ਲਹਿਣੇ ਜੀ ਨੂੰ ਚੁਣਿਆ ਤੇ ਅੰਤ 7 ਸਤੰਬਰ 1539 ਈਸਵੀ ਨੂੰ ਆਪ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ। ਗੁਰੂ ਨਾਨਕ ਦੇਵ ਜੀ ਵੱਲੋਂ ਸਿਰਜੀ ਗਈ ਸੁਚੱਜੀ ਜੀਵਨ ਜਾਚ ਸਾਰੀ ਮਨੁੱਖਤਾ ਲਈ ਸਾਂਝੀ ਹੈ। ਸੋ ਗੁਰੂ ਜੀ ਦਾ ਅੰਤਿਮ ਸਮਾਂ ਕਰਤਾਰਪੁਰ ਸਾਹਿਬ ਵਿਖੇ ਗੁਜ਼ਰਿਆ ਤੇ ਆਪ ਜੀ ਨੇ ਇੱਥੇ ਹੀ ਕਰਤਾਰਪੁਰ ਸਾਹਿਬ ਵਿਖੇ ਹੱਥੀਂ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦਾ ਸੰਦੇਸ਼ ਹੱਥੀਂ ਕਿਰਤ ਕਰਕੇ ਪੂਰੇ ਸੰਸਾਰ ਨੂੰ ਦਿੱਤਾ, ਜੋ ਕਿ ਇੱਕ ਉਦਾਹਰਣ ਹੈ। ਸੋ ਕਰਤਾਰਪੁਰ ਸਾਹਿਬ ਵਿਖੇ ਹੀ ਆਪ ਜੀ ਨੇ ਆਪਣੀ ਗੱਦੀ ਦੇ ਵਾਰਸ ਭਾਈ ਲਹਿਣੇ ਜੀ ਨੂੰ ਚੁਣਿਆ ਤੇ ਅੰਤ ਆਪ 7 ਸਤੰਬਰ 1539 ਈਸਵੀ ਨੂੰ ਕਰਤਾਰਪੁਰ ਸਾਹਿਬ ਵਿਖੇ ਹੀ ਜੋਤੀ ਜੋਤ ਸਮਾ ਗਏ। ਸੋ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਸਿਰਜੀ ਗਈ ਉਹਨਾਂ ਦੀ ਬਾਣੀ ਰਾਹੀਂ ਸੁਚੱਜੀ ਜੀਵਨ ਜਾਚ ਸਾਰੀ ਮਨੁੱਖਤਾ ਲਈ ਸਾਂਝੀ ਅਤੇ ਦਿਸ਼ਾ ਨਿਰਦੇਸ਼ ਹੈ। ਸੋ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ। ਸੋ ਵਿਦਿਆਰਥੀਓ, ਇਹ ਸੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਜਾਣਕਾਰੀ, ਜੋ ਕਿ ਲੇਖ ਰਚਨਾ ਦੇ ਰੂਪ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਗਈ। ਮੈਂ ਉਮੀਦ ਕਰਦੀ ਹਾਂ ਕਿ ਮੇਰੇ ਵੱਲੋਂ ਕੀਤੀ ਗਈ ਇਹ ਕੋਸ਼ਿਸ਼ ਤੁਹਾਨੂੰ ਸਭ ਨੂੰ ਇਸ ਦੀ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ ਤੇ ਤੁਸੀਂ ਇਹ ਸਾਰਾ ਲੇਖ ਜਿਹੜਾ ਹੈ ਆਪਣੀ ਪੱਕੀ ਕਾਪੀ ਉੱਤੇ ਲਿਖੋਗੇ, ਯਾਦ ਕਰੋਗੇ ਅਤੇ ਗੁਰੂ ਜੀ ਵੱਲੋਂ ਦਿੱਤੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੋਗੇ। ਸ਼ੁਭ ਇਛਾਵਾਂ। ਸਤਿ ਸ਼੍ਰੀ ਅਕਾਲ।